ਤਾਂ ਸਟੂਡੈਂਟਸ ਅਸੀਂ ਅੱਜ ਆਪਣਾ ਕਰੈਕਟਰ ਸਕੈਚ ਕਰ ਰਹੇ ਹਾਂ ਜੀ ਗੁਲੀਵਰ ਦਾ। ਤੁਹਾਨੂੰ ਪਤਾ ਬੇਟਾ ਕਿ ਆਪਾਂ ਨੇ ਗੁਲੀਵਰ ਇਨ ਲਿਲੀਪੁਟ ਇਹ ਵਾਲਾ ਚੈਪਟਰ ਕੰਪਲੀਟ ਕਰ ਲਿਆ ਤੇ ਇਸ ਦਾ ਇੱਕੋ ਹੀ ਮੇਨ ਐਸੇ ਟਾਈਪ ਕੁਐਸਚਨ ਬਣਦਾ ਬੇਟਾ, ਉਹ ਹੈ ਕਰੈਕਟਰ ਸਕੈਚ ਆਫ ਗੁਲੀਵਰ। ਗੁਲੀਵਰ ਸਾਡੀ ਸਟੋਰੀ ਦਾ ਹੀਰੋ ਹੈ, ਤਾਂ ਇਸ ਦਾ ਜਿਹੜਾ ਕਰੈਕਟਰ ਸਕੈਚ ਹੈ ਇਹ ਪੇਪਰ 'ਚ ਆ ਸਕਦਾ ਹੈ। ਇਹੀ ਮੈਂ ਕੁਐਸਚਨ ਬੇਟਾ ਤੁਹਾਡੇ ਲਈ ਤਿਆਰ ਕੀਤਾ, ਇਸ ਦੇ ਨੋਟਸ ਬਣਾਏ ਹੈ, ਖੁਦ ਬਣਾਏ ਹੈ, ਬੜੀ ਈਜ਼ੀ ਲੈਂਗੁਏਜ ਦੇ ਵਿੱਚ। ਤਾਂ ਤੁਸੀਂ ਪਹਿਲਾਂ ਤਾਂ ਬੇਟਾ ਇਸ ਕੁਐਸਚਨ ਦਾ ਆਨਸਰ ਜੋ ਮੈਂ ਤੁਹਾਨੂੰ ਕਰਵਾ ਰਹੇ ਹਾਂ ਇਸ ਨੂੰ ਸਮਝੋ, ਚੰਗੀ ਤਰ੍ਹਾਂ ਸਮਝੋ, ਤੇ ਫਿਰ ਕਿਉਂਕਿ ਮੈਂ ਇਸ ਦੀ ਰਿਕਾਰਡਿੰਗ ਵੀ ਕੀਤੀ ਹੈ ਤਾਂ ਰਿਕਾਰਡਿੰਗ ਤੋਂ ਬਾਅਦ ਤੁਹਾਨੂੰ ਮੈਂ ਇਸ ਦਾ ਲਿੰਕ ਭੇਜ ਦੂੰਗਾ, ਫਿਰ ਤੁਸੀਂ ਉਸ ਰਿਕਾਰਡਿੰਗ ਨੂੰ ਪੌਜ਼ ਐਂਡ ਪਲੇ ਕਰਕੇ ਦੇਖੋ ਤੇ ਆਪਣੀ ਫੇਅਰ ਨੋਟਬੁੱਕ ਤੇ ਸਿੱਧੀ ਉਤਾਰ ਲਓ। ਠੀਕ ਹੈ ਜੀ। ਤਾਂ ਬੇਟਾ ਅਸੀਂ ਸਾਰੀ ਜਿਹੜੀ ਸਟੋਰੀ ਹੈ ਸਾਡੀ ਸੈਕੰਡ ਸਟੋਰੀ ਇੰਗਲਿਸ਼ ਇਲੈਕਟਿਵ +1 ਕਲਾਸ ਦੀ ਗੁਲੀਵਰ ਇਨ ਲਿਲੀਪੁਟ ਇਹ ਅਸੀਂ ਕੰਪਲੀਟ ਕਰ ਚੁੱਕੇ ਹਾਂ। 2 ਪਾਰਟਸ ਦੇ ਵਿੱਚ ਮੈਂ ਤੁਹਾਨੂੰ ਇਹ ਸਾਰੀ ਸਟੋਰੀ ਨੈਰੇਟ ਕੀਤੀ ਹੈ। ਉਮੀਦ ਹੈ ਤੁਹਾਨੂੰ ਸਾਰੀ ਸਟੋਰੀ ਸਮਝ ਆ ਗਈ ਹੋਣੀ, ਲੇਕਿਨ ਅੱਜ ਅਸੀਂ ਇਸ ਦਾ ਜਿਹੜਾ ਮੇਨ ਕੁਐਸਚਨ ਹੈ ਉਹ ਕਰ ਰਹੇ ਹਾਂ। ਤਾਂ ਕੁਐਸਚਨ ਹੈ ਜੀ ਕਿ ਰਾਈਟ ਅ ਬਰੀਫ ਕਰੈਕਟਰ ਸਕੈਚ ਆਫ ਗੁਲੀਵਰ। ਠੀਕ ਹੈ, ਗੁਲੀਵਰ ਦਾ ਸੰਖੇਪ ਕਰੈਕਟਰ ਸਕੈਚ ਕਰੋ, ਉਸ ਦਾ ਪਾਤਰ ਚਿੱਤਰਨ ਕਰੋ, ਜਿਹਨੂੰ ਤੁਸੀਂ ਪੰਜਾਬੀ ਚ ਕਹਿੰਦੇ ਹੋ। ਤਾਂ ਆਨਸਰ ਅਸੀਂ ਸ਼ੁਰੂ ਕਰ ਰਹੇ ਹਾਂ ਜੀ ਉਵੇਂ ਐਜ਼ ਯੂਜ਼ੁਅਲ ਜਿਵੇਂ ਅਸੀਂ ਕਰਦੇ ਹਾਂ ਕਿ ਗੁਲੀਵਰ ਇਨ ਲਿਲੀਪੁਟ ਇਜ਼ ਰਿਟਨ ਬਾਏ ਜੋਨਾਥਨ ਸਵਿਫਟ। ਤਾਂ ਗੁਲੀਵਰ ਇਨ ਲਿਲੀਪੁਟ ਸਾਡੇ ਚੈਪਟਰ ਦਾ ਨਾਮ ਹੈ ਜੀ, ਤਾਂ ਨੈਚੁਰਲੀ ਅਸੀਂ ਇਸ ਨੂੰ ਉਵੇਂ ਕੋਟਸ ਦੇ ਵਿੱਚ ਲਿਖਾਂਗੇ ਜਿਸ ਤਰ੍ਹਾਂ ਅਸੀਂ ਆਮ ਲਿਖਦੇ ਹਾਂ। ਤੇ ਇਸ ਦਾ ਜਿਹੜਾ ਚੈਪਟਰ ਦਾ ਨਾਮ ਹੈ ਉਸ ਦੇ ਵੱਡੇ ਛੋਟੇ ਅੱਖਰ ਦਾ ਧਿਆਨ ਰੱਖਣਾ ਹੈ। ਗੁਲੀਵਰ ਦੀ ਜੀ ਕਿਉਂਕਿ ਇਹ ਕਿਸੇ ਪਰਸਨ ਦਾ ਨਾਮ ਹੈ, ਤੇ ਲਿਲੀਪੁਟ ਦੀ ਐਲ ਵੱਡੀ ਕਿਉਂਕਿ ਇਹ ਕਿਸੇ ਜਗ੍ਹਾ ਦਾ ਨਾਮ ਹੈ, ਦੇਸ਼ ਦਾ ਨਾਮ ਹੈ। ਤਾਂ ਗੁਲੀਵਰ ਇਨ ਲਿਲੀਪੁਟ ਇਸ ਤਰ੍ਹਾਂ ਲਿਖਣਾ ਹੈ, ਵੱਡੇ ਅੱਖਰ ਵੱਡੇ, ਛੋਟੇ ਅੱਖਰ ਛੋਟੇ, ਤੇ ਸਿੰਗਲ ਕੋਟਸ ਦੇ ਵਿੱਚ ਲਿਖਣਾ ਹੈ। ਕਿਸ ਦਾ ਲਿਖਿਆ ਹੋਇਆ ਜੀ ਚੈਪਟਰ? ਇਹ ਜੋਨਾਥਨ ਸਵਿਫਟ ਦਾ। ਜੋਨਾਥਨ ਦੀ ਜੇ ਵੱਡੀ, ਸਵਿਫਟ ਦੀ ਐਸ ਵੱਡੀ, ਬਾਕੀ ਸਾਰੇ ਅੱਖਰ ਛੋਟੇ, ਤੇ ਕੋਈ ਕੋਟਸ ਨਹੀਂ ਪਾਣੇ, ਕੋਈ ਲਾਈਨ ਨਹੀਂ ਲਗਾਣੀ। ਤਾਂ ਜੋਨਾਥਨ ਸਵਿਫਟ ਦੁਆਰਾ ਲਿਖਿਆ ਹੋਇਆ ਇਹ ਸਾਡਾ ਚੈਪਟਰ ਹੈ। ਤਾਂ ਗੁਲੀਵਰ ਵਾਜ਼ ਅ ਡਾਕਟਰ ਆਫ ਐਨ ਇੰਗਲਿਸ਼ ਸ਼ਿਪ। ਗੁਲੀਵਰ ਕੌਣ ਸੀ ਜੀ? ਹੀ ਵਾਜ਼ ਅ ਡਾਕਟਰ। ਡਾਕਟਰ ਸੀਗਾ ਇੱਕ ਇੰਗਲਿਸ਼ ਸ਼ਿਪ ਦੇ ਵਿੱਚ, ਇੱਕ ਸਮੁੰਦਰੀ ਜਹਾਜ਼ ਸੀ ਜੋ ਇੰਗਲੈਂਡ ਦਾ ਸੀ, ਉਸਦਾ ਉਹ ਡਾਕਟਰ ਸੀ। once he got shipwrecked in the Atlantic Ocean। ਇੱਕ ਵਾਰੀ ਕੀ ਹੁੰਦਾ ਹੈ ਕਿ ਉਸਦਾ ਜਿਹੜਾ ਸਮੁੰਦਰੀ ਜਹਾਜ਼ ਹੈ ਉਹ ਦੁਰਘਟਨਾਗ੍ਰਸਤ ਹੋ ਜਾਂਦਾ ਹੈ। ਸ਼ਿਪਰੈਕਟ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਦੋਂ ਦੁਰਘਟਨਾਗ੍ਰਸਤ ਹੋ ਜਾਂਦਾ ਹੈ ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਸ਼ਿਪਰੈਕਟ। ਕਿੱਥੇ ਹੋ ਜਾਂਦਾ ਹੈ ਜੀ? ਇਨ ਦਾ ਐਟਲਾਂਟਿਕ ਓਸ਼ਨ। ਐਟਲਾਂਟਿਕ ਓਸ਼ਨ ਦਾ ਮਤਲਬ ਹੁੰਦਾ ਹੈ ਜੀ ਅੰਧ ਮਹਾਸਾਗਰ। ਮੈਂ ਤੁਹਾਨੂੰ ਇਸ ਦੀ ਪਿਕ ਵੀ ਦਿਖਾਈ ਸੀ ਜਿਸ ਟਾਈਮ ਮੈਂ ਤੁਹਾਨੂੰ ਇਹ ਸਾਰਾ ਚੈਪਟਰ ਕਰਵਾਇਆ। ਐਟਲਾਂਟਿਕ ਓਸ਼ਨ ਕਿਉਂਕਿ ਬੇਟਾ ਇਹ ਕਿਸੇ ਸਮੁੰਦਰ ਦਾ ਨਾਮ ਹੈ ਤਾਂ ਏ ਵੱਡੀ ਐਂਡ ਓ ਵੱਡੀ। ਠੀਕ ਹੈ, ਓਸ਼ਨ, ਇਸ ਨੂੰ ਆਪਾਂ ਓਸ਼ਨ ਕਹਿੰਦੇ ਹਾਂ। ਓਸ਼ਨ ਦਾ ਮਤਲਬ ਮਹਾਸਾਗਰ। ਤਾਂ ਅੰਧ ਮਹਾਸਾਗਰ ਦੇ ਵਿੱਚ ਉਸਦੇ ਸ਼ਿਪ ਦਾ ਦੁਰਘਟਨਾ ਹੋ ਜਾਂਦੀ ਹੈ ਤੇ ਹੀ ਵਾਸ ਥਰੋਨ ਅਪ ਔਨ ਦਾ ਆਈਲੈਂਡ ਆਫ ਲਿਲੀਪੁਟ। ਤਾਂ ਕਿੱਥੇ ਪਹੁੰਚ ਜਾਂਦਾ ਹੈ ਜੀ ਉਹ? ਲਿਲੀਪੁਟ ਦੇ ਆਈਲੈਂਡ ਤੇ। ਨਾ ਆਈਲੈਂਡ ਦਾ ਮਤਲਬ ਹੁੰਦਾ ਬੇਟਾ ਟਾਪੂ। ਉਸ ਜ਼ਮੀਨ ਦੇ ਏਰੀਏ ਨੂੰ ਕਹਿੰਦੇ ਆ ਆਪਾਂ ਆਈਲੈਂਡ, ਜਿਹੜਾ ਚਾਰੇ ਪਾਸਿਓਂ ਪਾਣੀ ਦੇ ਨਾਲ ਘਿਰਿਆ ਹੁੰਦਾ ਆਈਲੈਂਡ। ਇਹ ਅੱਛਾ, ਇਸ ਦੇ ਵਿੱਚ ਜਿਹੜੀ ਐਸ ਹੈ ਨਾ ਇਹ ਬੋਲਣ ਦੇ ਵਿੱਚ ਸਾਇਲੈਂਟ ਰਹਿੰਦੀ ਹੈ, ਤਾਂ ਇਹਨੂੰ ਇਜ਼ਲੈਂਡ ਨਹੀਂ ਕਹਿਣਾ, ਇਹਨੂੰ ਆਈਲੈਂਡ ਕਹਿਣਾ ਹੈ। ਐਸ ਨਹੀਂ ਬੋਲਿਆ ਜਾਂਦਾ। ਆਈਲੈਂਡ ਦਾ ਮਤਲਬ ਟਾਪੂ। ਥਰੋਨ, ਹੀ ਵਾਸ ਥਰੋਨ ਅਪ। ਥਰੋ ਅਪ ਦਾ ਮਤਲਬ ਜਿਵੇਂ ਹੁਣ ਸਪੋਜ਼ ਕਰੋ ਹੁਣ ਉਹ ਉਸਦਾ ਸ਼ਿਪਰੈਕ ਹੋ ਗਿਆ ਤਾਂ ਨੈਚੁਰਲੀ ਉਹ ਜਿਹੜੀਆਂ ਸਮੁੰਦਰੀ ਧਾਰਾਵਾਂ ਨੇ ਉਸ ਨੂੰ ਸੁੱਟਦਾ। ਠੀਕ ਹੈ, ਸਮੁੰਦਰੀ ਧਾਰਾਵਾਂ ਨੇ ਸੁੱਟਤਾ। ਹੀ ਵਾਸ ਥਰੋਨ ਅਪ, ਤਾਂ ਉਸ ਨੂੰ ਸੁੱਟ ਦਿੱਤਾ ਗਿਆ। ਕਿੱਥੇ? ਔਨ ਦਾ ਆਈਲੈਂਡ ਆਫ ਲਿਲੀਪੁਟ। ਤਾਂ ਲਿਲੀਪੁਟ ਦਾ ਜਿਹੜਾ ਟਾਪੂ ਹੈ ਉਸ ਤੇ ਉਹ ਪਹੁੰਚ ਗਿਆ। A race of very tiny people lived there। ਤਾਂ ਰੇਸ ਦਾ ਮਤਲਬ ਤੁਸੀਂ ਕੋਈ ਕਬੀਲਾ ਕਹਿ ਸਕਦੇ ਹੋ, ਕੋਈ ਨਸਲ ਕਹਿ ਸਕਦੇ ਹੋ, ਹੈ ਨਾ। ਤਾਂ ਬਹੁਤ ਹੀ ਛੋਟੇ ਲੋਕ, ਜਿਹਨੂੰ ਆਪਾਂ ਬੌਣੇ ਲੋਕ ਕਹਿੰਦੇ ਆ, ਗਿੱਠ ਮੁਠੀਏ ਲੋਕ ਕਹਿੰਦੇ ਆ। ਵੈਰੀ ਟਾਈਨੀ, ਟਾਈਨੀ ਦਾ ਮਤਲਬ ਛੋਟੇ, ਬਹੁਤ ਹੀ ਛੋਟੇ ਲੋਕਾਂ ਦੀ ਰੇਸ, ਬਹੁਤ ਹੀ ਛੋਟੇ ਲੋਕਾਂ ਦੀ ਨਸਲ ਉੱਥੇ ਰਹਿੰਦੀ ਸੀ। ਲਿਵਡ ਦੇਅਰ, ਕਿੱਥੇ? ਲਿਲੀਪੁਟ ਤੇ। ਇੱਥੇ ਦੇਅਰ ਦਾ ਮਤਲਬ ਕੀ ਹੈ? ਲਿਲੀਪੁਟ। ਤਾਂ ਮੈਂ ਕੀ ਦੱਸਿਆ ਸੀ ਕਿ THERE ਜਦੋਂ ਵੀ ਆ ਜਾਂਦਾ ਹੈ ਤਾਂ ਉਹ ਕਿਸੇ ਜਗ੍ਹਾ ਦਾ ਸੂਚਕ ਹੁੰਦਾ ਹੈ। ਤਾਂ ਦੇਅਰ ਤੇ THEIR ਇਹਦੇ ਵਿੱਚ ਹਮੇਸ਼ਾ ਫਰਕ ਰੱਖਿਆ ਕਰੋ। ਇਹ ਵਾਲੇ ਦਾ ਮਤਲਬ ਪਰਸਨਸ ਤੋਂ ਹੁੰਦਾ ਹੈ, ਲੇਕਿਨ ਇਹ ਵਾਲੇ ਦਾ ਮਤਲਬ ਜਗ੍ਹਾ ਤੋਂ ਹੁੰਦਾ ਹੈ। ਤਾਂ ਜਗ੍ਹਾ ਕਿਸ ਦੀ ਗੱਲ ਹੋ ਰਹੀ ਹੈ? ਲਿਲੀਪੁਟ ਦੀ। He found himself a prisoner there।
ਤਾਂ ਉਸ ਨੂੰ ਉਹ ਆਪਣੇ ਆਪ ਨੂੰ ਉੱਥੇ ਕੀ ਪਾਉਂਦਾ ਹੈ, ਕੈਦੀ ਪਾਉਂਦਾ ਹੈ, ਪ੍ਰਿਜ਼ਨਰ। ਤਾਂ ਪ੍ਰਿਜ਼ਨ ਸ਼ਬਦ ਜਿਹੜਾ ਹੁੰਦਾ ਬੇਟਾ ਇਹ ਕੈਦ ਹੋਣਾ ਹੁੰਦਾ ਹੈ, ਵਰਬ ਦੀ ਫਾਰਮ ਹੁੰਦੀ ਹੈ ਪ੍ਰਿਜ਼ਨ ਐਂਡ ਪ੍ਰਿਜ਼ਨ ਹੈ ਨਾ, ਕੈਦ ਨੂੰ ਕਿਹਾ ਜਾਂਦਾ ਹੈ। ਤੇ ਪ੍ਰਿਜ਼ਨਰ ਉਹਦੇ ਪਿੱਛੇ ਈਆਰ ਲਾ ਦਈਏ ਤਾਂ ਇਹ ਨਾउन ਬਣ ਜਾਂਦਾ ਹੈ। ਪ੍ਰਿਜ਼ਨਰ ਦਾ ਮਤਲਬ ਕੈਦੀ। ਤਾਂ ਉਹ ਆਪਣੇ ਆਪ ਨੂੰ ਕੈਦੀ ਪਾਉਂਦਾ ਹੈ, ਹਿਮਸੈਲਫ ਆਪਣੇ ਆਪ ਨੂੰ, ਕਿ ਮੈਂ ਕੈਦ ਚ ਹੋ ਗਿਆ। ਦੇਰ ਦਾ ਮਤਲਬ ਫੇਰ ਉਹੀ ਜਗ੍ਹਾ ਕਿੱਥੇ, ਇੱਥੇ ਦੇਰ ਦਾ ਮਤਲਬ ਫੇਰ ਕੀ ਹੋ ਗਿਆ, ਲਿਲੀਪੁੱਟ। ਲਿਲੀਪੁੱਟ ਦੀ ਗੱਲ ਹੋ ਰਹੀ ਹੈ, ਲਿਲੀਪੁੱਟ ਦੇ ਵਿੱਚ ਆਪਣੇ ਆਪ ਨੂੰ ਕੈਦੀ ਪਾਉਂਦਾ ਉਹ। His arms, legs and hair had been fastened to the ground। ਤਾਂ ਉਸ ਦੀਆਂ ਜਿਹੜੀਆਂ ਬਾਹਾਂ ਨੇ, ਲੈਗਸ ਨੇ ਅਤੇ ਵਾਲ ਨੇ, ਉਹ ਬੰਨੇ ਗਏ ਨੇ। ਫਾਸਨ ਦਾ ਮਤਲਬ ਬੰਨੇ ਜਾਣਾ। ਇੱਥੇ ਇਹ ਪੈ ਗਈ, ਇਹਨੂੰ ਕਰ ਦਿਓ ਬੇਟਾ, ਗਲਤੀ ਨਾਲ ਟਾਈਪੋ ਐਰਰ ਹੋ ਗਈ। ਟੂ ਦਾ ਗਰਾਊਂਡ, ਜ਼ਮੀਨ ਦੇ ਨਾਲ ਬੰਨੇ ਹੋਏ ਉਸ ਨੂੰ ਦਿਖਦੇ ਨੇ ਕਿ ਮੇਰੀਆਂ ਬਾਹਾਂ, ਲੱਤਾਂ ਤੇ ਜਿਹੜੇ ਵਾਲ ਨੇ ਉਹ ਤਾਂ ਬੰਨੇ ਹੋਏ ਨੇ ਗਰਾਊਂਡ ਦੇ ਨਾਲ। had been fastened so he could not move। ਇਸ ਕਰਕੇ ਉਹ ਮੂਵ ਨਹੀਂ ਕਰ ਸਕਦਾ, ਹਿਲਜੁਲ ਨਹੀਂ ਸਕਦਾ। ਮੂਵ ਦਾ ਮਤਲਬ ਹਿਲਜੁਲ ਕਰਨੀ। he could not move, ਮੂਵ ਨਹੀਂ ਕਰ ਸਕਦਾ। ਤੁਸੀਂ ਦੇਖੋ ਮੈਕਸਿਮਮ ਆਪਾਂ ਇੱਥੇ ਕਿਹੜੇ ਟੈਂਸ ਯੂਜ਼ ਕੀਤੇ ਨੇ, ਪਾਸਟ ਟੈਂਸ ਯੂਜ਼ ਕੀਤੇ ਨੇ। ਕਿਤੇ ਪਾਸਟ ਇੰਡੈਫੀਨਿਟ ਲਗਾਇਆ ਹੈ, ਕਿਤੇ ਪਾਸਟ ਪਰਫੈਕਟ ਵੀ ਲਗਾਇਆ ਹੈ। ਤਾਂ ਪਾਸਟ ਟੈਂਸ ਕਿਉਂਕਿ ਪੁਰਾਣੀ ਗੱਲ ਹੋ ਰਹੀ ਹੈ ਤਾਂ ਪਾਸਟ ਟੈਂਸ ਯੂਜ਼ ਕੀਤੇ ਆਪਾਂ ਸਾਰੇ ਆਨਸਰ ਦੇ ਵਿੱਚ। The Lilliputians fasten him to the ground। ਤਾਂ ਲਿਲੀਪੁਟੀਅਨ, ਤਾਂ ਲਿਲੀਪੁੱਟ ਦੇ ਪਿੱਛੇ ਤੁਸੀਂ IANS ਪਾ ਦਿਓ, IANS ਟੀ ਦੇ ਪਿੱਛੇ IANS ਪਾ ਦਿਓ ਤਾਂ ਲਿਲੀਪੁਟੀਅਨਸ। ਤਾਂ ਲਿਲੀਪੁੱਟ ਤੋਂ ਲਿਲੀਪੁਟੀਅਨਸ, ਜਿਵੇਂ ਆਪਾਂ ਇੰਡੀਆ ਤੋਂ ਇੰਡੀਅਨ ਕਹਿੰਦੇ ਆ ਨਾ, ਇੰਡੀਆ ਦੇਸ਼ ਹੋ ਗਿਆ ਸਾਡਾ ਭਾਰਤ, ਤੇ ਇੰਡੀਅਨਸ ਕੀ ਹੋ ਗਏ, ਭਾਰਤੀ। INS ਪਿੱਛੇ ਪਾ ਦਿੰਨੇ ਆਪਾਂ, ਇੰਡੀਆ ਦੇ ਪਿੱਛੇ ਨਾ। ਇਸੇ ਤਰ੍ਹਾਂ ਤੁਸੀਂ IANS ਲਿਲੀਪੁੱਟ ਦੇ ਪਿੱਛੇ ਪਾ ਦਿਓ ਤਾਂ ਲਿਲੀਪੁੱਟ ਦੇ ਵਾਸੀ, ਉਹਨੂੰ ਆਪਾਂ ਲਿਲੀਪੁਟੀਅਨਸ ਕਹਿੰਦੇ ਆ। ਤਾਂ ਲਿਲੀਪੁਟੀਅਨ ਨੇ ਉਸ ਨੂੰ, ਹਿਮ ਦਾ ਮਤਲਬ ਗੁਲੀਵਰ ਨੂੰ, ਗਰਾਊਂਡ ਦੇ ਨਾਲ ਬੰਨ ਦਿੱਤਾ ਸੀ। ਫਾਸਨ, 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 ਈਡੀ ਪਿੱਛੇ ਲੱਗਦੀ ਹੈ ਤਾਂ ਉਸ ਨੂੰ ਬੰਨ ਦਿੱਤਾ ਸੀ। He could not see anything around him। ਉਹ ਕੁਝ ਨਹੀਂ ਸੀ ਦੇਖ ਸਕਦਾ। ਸੀ ਦਾ ਮਤਲਬ ਦੇਖਣਾ, ਐਨੀਥਿੰਗ ਕੁਝ ਵੀ ਨਹੀਂ, ਅਰਾਊਂਡ ਹਿਮ ਆਪਣੇ ਆਲੇ ਦੁਆਲੇ, ਆਪਣੇ ਆਲੇ ਦੁਆਲੇ ਉਹ ਕੁਝ ਵੀ ਨਹੀਂ ਸੀ ਦੇਖ ਸਕਦਾ, ਇੰਨਾ ਬੁਰੀ ਤਰ੍ਹਾਂ ਬੰਨਿਆ ਹੋਇਆ ਸੀ। He could only look upwards। ਉਹ ਸਿਰਫ ਉੱਪਰ ਵੱਲ ਨੂੰ ਦੇਖ ਸਕਦਾ ਸੀ। He could only look upwards, ਉੱਪਰ ਵੱਲ। upwards ਦਾ ਮਤਲਬ ਹੁੰਦਾ ਹੈ ਉੱਪਰ ਵੱਲ, ਸਿਰਫ ਉੱਪਰ ਵੱਲ ਹੀ ਉਹ ਦੇਖ ਸਕਦਾ ਸੀ। ਤਾਂ ਬੇਟਾ ਇਹ ਮੈਂ ਤੁਹਾਨੂੰ ਇਸ ਦੀ ਪਿਕ ਵੀ ਦਿਖਾਈ ਸੀਗੀ, ਤਾਂ ਪਿਕ ਦੇ ਵਿੱਚ ਇਹ ਸਾਰਾ ਦੱਸਿਆ ਹੋਇਆ ਕਿ ਕਿਸ ਤਰ੍ਹਾਂ ਗੁਲੀਵਰ ਨੂੰ ਬੰਨਿਆ ਗਿਆ। ਦੇਖੋ ਆ ਤੁਹਾਡਾ ਐਟਲਾਂਟਿਕ ਓਸ਼ੀਅਨ ਹੋ ਗਿਆ ਹੈ ਨਾ, ਐਟਲਾਂਟਿਕ ਓਸ਼ੀਅਨ ਦੇ ਲਵੇ ਜਿਹੜਾ ਟਾਪੂ ਹੈ ਉੱਥੇ ਇਹ ਪਹੁੰਚ ਗਿਆ। ਆ ਲਿਲੀਪੁੱਟ ਦਾ ਟਾਪੂ ਹੋ ਗਿਆ, ਆ ਵਾਲਾ ਆਈਲੈਂਡ, ਇਹ ਲਿਲੀਪੁੱਟ ਆਈਲੈਂਡ ਹੋ ਗਿਆ, ਤੇ ਇਹ ਸਾਡਾ ਗੁਲੀਵਰ ਹੋ ਗਿਆ। ਤਾਂ ਗੁਲੀਵਰ ਨੂੰ ਦੇਖੋ ਬੰਨਿਆ ਹੋਇਆ ਹੈ। ਤਾਂ ਇਸ ਤਰੀਕੇ ਨਾਲ ਮੈਂ ਤੁਹਾਨੂੰ ਇਹ ਸਾਰੀ ਐਕਸਪਲੇਨ ਕੀਤੀ ਸੀਗੀ ਚੈਪਟਰ ਦੇ ਵਿੱਚ ਵੀ। ਫਿਰ ਉਸ ਤੋਂ ਬਾਅਦ about 40 men were walking on his left leg। ਇੱਥੇ ਬੇਟਾ ਫੇਰ ਥੋੜੀ ਜਿਹੀ ਟਾਈਪੋ ਐਰਰ ਹੈ ਤੇ L ਪਾ ਲਿਓ, WALKING। ਤਾਂ about 40 men were walking on his left leg। ਤਾਂ ਲਗਭਗ 40 ਦਾ ਮਤਲਬ 40 ਲੋਕ, 40 ਲੋਕ, 40 ਇਨਸਾਨ, were walking ਮਤਲਬ ਤੁਰ ਰਹੇ ਸੀ, on his left leg ਉਸ ਦੀ ਖੱਬੀ ਲੱਤ ਤੇ। He tried to get loose। उसने कोशिश की थी। tried second form लाई है, past tense है। He tried to get loose। to get loose ਦਾ ਮਤਲਬ ਬੰਧਨ ਚੋਂ ਆਜ਼ਾਦ ਹੋਣ ਦੀ, ਜਿਹੜੀਆਂ ਉਸ ਨੂੰ ਰੱਸੀਆਂ ਨਾਲ ਬੰਨਿਆ ਹੋਇਆ ਸੀ। to get loose ਦਾ ਇਕੱਠਾ ਹੀ ਆਂਦਾ ਬੇਟਾ ਹੈ। to get loose ਦਾ ਮਤਲਬ ਆਜ਼ਾਦ ਹੋਣ ਦੀ ਕੋਸ਼ਿਸ਼ ਕੀਤੀ ਉਸਨੇ। He was able to free his left arm। ਤਾਂ ਜਦੋਂ ਉਹਨੇ ਕੋਸ਼ਿਸ਼ ਕੀਤੀ ਤਾਂ ਉਸ ਦੇ ਨਾਲ ਕੀ ਹੋਇਆ ਕਿ ਉਹਦੀ ਜਿਹੜੀ ਖੱਬੀ ਬਾਹ ਹੈ ਉਹ ਉਸਨੇ ਰੱਸੀਆਂ ਤੋਂ ਆਜ਼ਾਦ ਕਰ ਲਈ, ਮਤਲਬ ਰੱਸੀਆਂ ਤੋੜਤੀਆਂ ਉਹਨੇ ਉਸ ਪਾਸੇ ਦੀਆਂ। ਤਾਂ ਹੀ ਵਾਸ ਏਬਲ, ਤਾਂ ਯੋਗ ਹੋ ਗਿਆ ਟੂ ਫ੍ਰੀ, ਕਿ ਉਹ ਆਪਣੀ ਫ੍ਰੀ ਕਰ ਸਕਿਆ, ਮੁਕਤ ਕਰ ਸਕਿਆ ਕਿ ਹਿਸ ਲੈਫਟ ਆਰਮ। ਹੀ ਟਰਾਈਡ ਟੂ ਕੈਚ ਦਾ ਲਿਟਲ ਮੈਨ। ਤਾਂ ਜਿਹੜੇ ਉਸ ਦੇ ਨੇੜੇ ਤੇੜੇ ਉਹ ਗਿੱਠਮੁੱਠੀਏ ਜਿਹੇ ਲੋਕ ਫਿਰਦੇ ਸੀ, ਉਹਨਾਂ ਨੇ ਉਸ ਨੂੰ ਕੋਸ਼ਿਸ਼ ਕੀਤੀ। ਹੀ ਟਰਾਈਡ, ਕੋਸ਼ਿਸ਼ ਕੀਤੀ, ਟੂ ਕੈਚ ਕਰਨ ਦੀ, ਦਾ ਲਿਟਲ ਮੈਨ, ਤੇ ਮੈਨ ਲਿਟਲ ਮੈਨ ਕਿ ਉਹੀ ਜਿਹੜੇ ਬੌਣੇ ਲੋਕ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਬਟ ਦੇ ਰਹਿਣ ਅਵੇ, ਪਰ ਉਹ ਭੱਜ ਗਏ। ਇਹ ਸਾਰਾ ਆਪਾਂ ਪੜ੍ਹਿਆ। ਫਿਰ ਜਦੋਂ ਉਹ ਆਪਣੇ ਆਪ ਨੂੰ ਕੋਸ਼ਿਸ਼ ਕਰਨ ਦੀ, ਆਜ਼ਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਹਨਾਂ ਨੇ ਉੱਤੇ ਅਟੈਕ ਕਰਤਾ। ਦਾ ਲਿਟਲ ਮੈਨ ਅਟੈਕਡ ਹਿਮ ਵਿਦ ਐਰੋਜ਼ ਐਂਡ ਸਪੀਅਰਸ। ਤਾਂ ਉਹ ਬੋਣੇ ਲੋਕਾਂ ਨੇ, ਲਿਟਲ ਮੈਨ
उन्होंने अटैक करता, हमला करता हिम उसते मतलब गुलीवर ते किदे नाल विद एरोज तीरां नाल एंड स्पीयर्स अते भालियां नाल बरछियां नाल। ही वाज इन ग्रेट पेन, वो बहुत ज्यादा दर्द च सी। ग्रेट पेन, जो बहुत ज्यादा दर्द होंदी है ਤਾਂ ਇੱਕ ਤਾਂ ਸਿੰਪਲ ਪੇਨ ਹੁੰਦੀ ਹੈ ਲੇਕਿਨ ਪੇਨ ਬਹੁਤ ਜ਼ਿਆਦਾ ਹੋਵੇ ਤਾਂ ਆਪਾਂ ਉਹਦੇ ਅੱਗੇ ਗ੍ਰੇਟ ਐਡਜੈਕਟਿਵ ਲਗਾਉਂਦੇ ਆ। ਇਹ ਧਿਆਨ ਰੱਖੋ ਕਿ ਕੁਝ ਜਿਹੜੇ ਵਰਡਸ ਨੇ ਨਾ ਉਹ ਫਿਕਸ ਨੇ, ਮਤਲਬ ਉਹੀ ਆਉਂਦੇ ਨੇ, ਉਹ ਲੱਗਦੇ ਅੱਛੇ ਲੱਗਦੇ ਨੇ। ਤਾਂ ਪੇਨ ਜੇ ਜ਼ਿਆਦਾ ਹੋਵੇ ਤਾਂ ਆਪਾਂ ਪੇਨ ਦੇ ਅੱਗੇ ਕੋਈ ਹੋਰ ਵਰਡ ਲਾਉਣ ਦੀ ਬਜਾਏ ਆਪਾਂ ਗ੍ਰੇਟ ਲਗਾਓ। ਗ੍ਰੇਟ ਪੇਨ ਦਾ ਮਤਲਬ ਜ਼ਿਆਦਾ ਦਰਦ ਹੋ ਰਿਹਾ ਸੀ ਉਸਨੂੰ। ਬਟ ਹੀ ਵਾਸ ਵੇਅਰਿੰਗ ਅ ਲੈਦਰ ਕੋਟ, ਪਰ ਉਸਨੇ ਇੱਕ ਚਮੜੇ ਦਾ ਕੋਟ ਪਹਿਨਿਆ ਹੋਇਆ ਸੀ। ਇਹ ਅਸੀਂ ਪਿਕ ਦੇ ਵਿੱਚ ਬੇਟਾ ਦੇਖਿਆ, ਆ ਦੇਖੋ ਆ ਵਾਲਾ ਜਿਹੜਾ ਉਸਦਾ ਰੈੱਡ ਕਲਰ ਦਾ ਜਿਹੜਾ ਕੋਟ ਹੈ ਇਹ ਲੈਦਰ ਦਾ ਹੈ। ਤਾਂ ਹੀ ਵਾਸ ਵੇਅਰਿੰਗ ਅ ਲੈਦਰ ਕੋਟ, ਤਾਂ ਇੱਕ ਚਮੜੇ ਦਾ ਕੋਟ ਉਸਨੇ ਵੇਅਰਿੰਗ ਪਹਿਨਿਆ ਹੋਇਆ ਸੀ। ਹੁਣ ਦੇਖੋ ਇਸ ਦੇ ਵਿੱਚ ਆਪਾਂ ਨੇ ਪਾਸਟ ਕੰਟੀਨਿਊਸ ਟੈਂਸ ਯੂਜ਼ ਕੀਤਾ ਹੈ। ਹੀ ਸਾਡਾ ਸਬਜੈਕਟ ਹੋ ਗਿਆ, ਵਾਸ ਵਰ ਸਾਡੀ ਹੈਲਪਿੰਗ ਵਰਬ ਹੋ ਗਈ ਤੇ ਵਰਬ ਦੀ ਫਸਟ ਫਾਰਮ ਦੇ ਨਾਲ ਆਪਾਂ ਆਈਐਨਜੀ ਲਗਾਤਾ। ਇਹ ਕਿਹਦਾ ਸੂਚਕ ਹੈ? ਇਹ ਪਾਸਟ ਕੰਟੀਨਿਊਸ ਦਾ। ਸਾਰੇ ਜਿੰਨੇ ਵੀ ਟੈਂਸ ਨੇ ਆਪਾਂ ਉਹਦੇ ਵਿੱਚ ਜ਼ਿਆਦਾਤਰ ਪਾਸਟ ਇਨਡੈਫੀਨਿਟ ਟੈਂਸ ਯੂਜ਼ ਕੀਤੇ ਹੈ, ਲੇਕਿਨ ਕਿਤੇ ਕਿਤੇ ਪਾਸਟ ਕੰਟੀਨਿਊਸ ਤੇ ਕਿਤੇ ਕਿਤੇ ਪਾਸਟ ਪਰਫੈਕਟ ਟੈਂਸ ਵੀ ਯੂਜ਼ ਕੀਤਾ ਹੈ। ਇਟ ਪ੍ਰੋਟੈਕਟਡ ਹਿਮ, ਤਾਂ ਇਟ ਦਾ ਮਤਲਬ ਕੀ ਹੈ? ਇਸਨੇ, ਇਸ ਕਿਸ ਨੂੰ? ਲੈਦਰ ਕੋਟ ਨੂੰ ਕਿਹਾ ਗਿਆ ਕਿ ਇਸਨੇ, ਲੈਦਰ ਕੋਟ ਨੇ ਉਸ ਨੂੰ ਪ੍ਰੋਟੈਕਟ ਕੀਤਾ, ਉਸ ਨੂੰ ਬਚਾ ਲਿਆ ਤੀਰਾਂ ਤੋਂ, ਸਪੀਅਰਸ ਤੋਂ। ਹੀ ਬਿਕੇਮ ਕੁਆਇਟ, ਤਾਂ ਹੁਣ ਉਹ ਚੁੱਪ ਹੋ ਗਿਆ। ਹੀ ਬਿਕੇਮ ਕੁਆਇਟ, ਉਹ ਚੁੱਪ ਹੋ ਗਿਆ। ਦ ਲਿਟਲ ਮੈਨ ਸਟਾਪ ਦ ਅਟੈਕ, ਸਟਾਪ ਦਾ ਅਟੈਕ ਜਿਹੜੇ ਪੌਣੇ ਲੋਕਾਂ ਨੇ ਬੰਦ ਕਰਤਾ, ਕਿਸ ਨੂੰ? ਹਮਲੇ ਨੂੰ ਬੰਦ ਕਰਤਾ, ਦਾ ਅਟੈਕ। ਗੁਲੀਵਰ ਪੁੱਟ ਹਿਸ ਫਿੰਗਰ ਟੂ ਹਿਸ ਮਾਊਥ, ਤਾਂ ਗੁਲੀਵਰ ਨੇ ਆਪਣੇ ਮੂੰਹ ਦੇ ਵਿੱਚ ਫਿੰਗਰ ਪਾਈ। ਪੁੱਟ ਹਿਸ ਫਿੰਗਰ, ਪੁੱਟ ਦਾ ਮਤਲਬ ਪਾਣਾ, ਹਿਸ ਫਿੰਗਰ ਆਪਣੀ ਉਂਗਲੀ, ਟੂ ਹਿਸ ਮਾਊਥ ਆਪਣੇ ਮੂੰਹ ਚ। ਹੀ ਟਰਾਈਡ ਟੂ ਸ਼ੋ them, ਉਹਨਾਂ ਨੂੰ ਕੋਸ਼ਿਸ਼ ਕਰ ਰਿਹਾ ਸੀ ਦਿਖਾਉਣ ਦੀ। ਟਰਾਈਡ ਦਾ ਮਤਲਬ ਕੋਸ਼ਿਸ਼ ਕਰ ਰਿਹਾ ਸੀ, ਟੂ ਸ਼ੋ them ਸ਼ੋ ਕਰਨ ਦੀ, ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। them ਉਹਨਾਂ ਨੂੰ, ਕਿਹਨਾਂ ਨੂੰ? ਦਾ ਲਿਟਲ ਮੈਨ ਨੂੰ। them ਇੱਥੇ ਕਿਹਨੂੰ ਕਿਹਾ ਗਿਆ? ਦਾ ਲਿਟਲ ਮੈਨ ਨੂੰ ਕਿਹਾ ਗਿਆ ਕਿ that he was very hungry, ਕਿ ਉਹ ਬਹੁਤ ਜ਼ਿਆਦਾ ਭੁੱਖਾ ਸੀ। ਕਿ ਦੇਖੋ ਕਿੰਨੀ ਦੇਰ ਦਾ ਸ਼ਿਪਰੈਕ ਹੋਇਆ ਉਸਦਾ ਜਹਾਜ਼, ਤੇ ਉਸ ਤੋਂ ਬਾਅਦ ਉਹ ਥਪੇੜੇ ਖਾਂਦਾ ਹੋਇਆ ਸਮੁੰਦਰੀ ਧਾਰਾਵਾਂ ਦੇ ਉੱਥੇ ਆ ਗਿਆ ਆਈਲੈਂਡ ਤੇ। ਤਾਂ he was very hungry, ਕੁਝ ਖਾਦਾ ਨਹੀਂ ਸੀ ਉਸਨੇ, ਬਹੁਤ ਭੁੱਖਾ ਸੀ, very hungry। he was released by an officer of the Lilliputians, ਤਾਂ ਉਸ ਨੂੰ ਰਿਲੀਜ਼ ਕਰ ਦਿੱਤਾ ਗਿਆ। ਰਿਲੀਜ਼ ਦਾ ਮਤਲਬ ਆਜ਼ਾਦ ਕਰਨਾ, ਆਜ਼ਾਦ ਕਰਨਾ ਵਰਬ ਦੀ ਫਾਰਮ ਹੈ ਜੀ। ਰਿਲੀਜ਼, ਰਿਲੀਜ਼ਡ, ਰਿਲੀਜ਼ਡ, ਡੀਡੀ ਪੈਂਦੀ ਹੈ ਪਿੱਛੇ। ਕਿਹਦੇ ਦੁਆਰਾ? ਇੱਕ ਆਫਿਸਰ ਦੁਆਰਾ। ਆਫਿਸਰ ਦੁਆਰਾ ਕੌਣ ਸੀ ਆਫਿਸਰ? ਉਹ ਫਿਰ ਲਿਲੀਪੁਟੀਅਨਸ। ਬੇਟਾ ਇੱਥੇ ਵੀ ਥੋੜੀ ਜਿਹੀ ਗਲਤੀ ਹੋ ਗਈ, ਲਿਲੀਪੁਟੀਅਨਸ ਟੀ ਪਾ ਲਿਓ ਜੀ ਇੱਥੇ, ਟੀ ਆਈ, ਲਿਲੀਪੁਟ ਪਾ ਕੇ IANS ਤੱਕ ਟਾਈਪੋ ਐਰਰ ਹੋ ਜਾਂਦੀ ਹੈ ਕਿਤੇ ਕਿਤੇ, ਤਾਂ ਤੁਸੀਂ ਠੀਕ ਕਰ ਲਿਓ। ਤਾਂ ਲਿਲੀਪੁਟੀਅਨਸ ਦੇ ਇੱਕ ਆਫਿਸਰ ਦੁਆਰਾ ਉਸ ਨੂੰ ਰਿਲੀਜ਼ ਕਰ ਦਿੱਤਾ ਗਿਆ, ਆਜ਼ਾਦ ਕਰ ਦਿੱਤਾ ਗਿਆ। ਤਾਂ ਇਹ ਵੀ ਬੇਟਾ ਆਪਾਂ ਨੇ ਇੱਕ ਦੇਖਿਆ ਸੀਗਾ ਸਾਡੇ ਉਹਦੇ ਚ ਪਿਕ ਦੇ ਵਿੱਚ, ਕਿ ਕੱਲ ਮੈਂ ਤੁਹਾਨੂੰ ਦਿਖਾਇਆ ਸੀਗਾ, ਇੱਕ ਲਿਲੀਪੁਟ ਦਾ ਆਫਿਸਰ ਸੀ, ਉਸਨੇ ਇੱਕ ਸਟੇਜ ਬਣਾਈ, ਸਟੇਜ ਤੇ 4 ਬੰਦੇ ਚੜ ਗਏ, ਉਹਦੇ ਵਿੱਚੋਂ ਇੱਕ ਬੰਦੇ ਨੇ, ਆ ਦੇਖੋ ਆਹ ਵਾਲਾ ਜਿਹੜਾ ਇਨਸਾਨ ਹੈ, ਇਸਨੇ ਆਫਿਸਰਾਂ ਵਰਗੇ ਕੱਪੜੇ ਪਾਏ ਹੋਏ ਸੀ, ਤਾਂ ਕਾਫੀ ਲੰਬੀ ਸਪੀਚ ਦਿੱਤੀ ਉਸਨੇ ਅਪ ਸਟੇਜ ਤੇ ਚੜ ਕੇ ਉਸਦੇ ਰਾਈਟ ਸਾਈਡ ਤੇ, ਜਿਸ ਨੂੰ ਕਿ ਸੁਣੀ ਗਿਆ। ਉਸ ਸਪੀਚ ਦੇ ਵਿੱਚ ਕਦੇ ਕਦੇ ਉਹ ਔਖਾ ਵੀ ਬੋਲਿਆ, ਕਦੇ ਕਦੇ ਪਿਆਰ ਨਾਲ ਵੀ ਬੋਲਿਆ। ਹੋ ਸਕਦਾ ਸਪੀਚ ਉਹ ਕਹਿਣਾ ਚਾਹੁੰਦਾ ਹੋਵੇ ਗੁਲੀਵਰ ਨੂੰ ਵੀ ਤੂੰ ਸਾਡੇ ਨਾਲ ਜੇ ਸਹੀ ਰਹੇਗਾ ਤਾਂ ਤੇਰੀ ਅਸੀਂ ਖਾਤਰਦਾਰੀ ਕਰਾਂਗੇ, ਜੇ ਤੂੰ ਐਵੇਂ ਕਰਦਾ ਰਿਹਾ ਆਪਣੇ ਆਪ ਨੂੰ ਤੋੜਨ, ਆਜ਼ਾਦ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਤਾਂ ਤੈਨੂੰ ਦੇਖ ਲਾਂਗੇ। ਤਾਂ ਕਿਤੇ ਕਿਤੇ ਔਖਾ ਵੀ ਬੋਲਿਆ। ਆਪਾਂ ਸਾਰੀ ਜਿਹੜੀ ਸਟੋਰੀ ਦੇ ਵਿੱਚ ਸਾਰੀਆਂ ਚੀਜ਼ਾਂ ਪੜ੍ਹੀਆਂ ਨੇ। ਇਸੇ ਆਫਿਸਰ ਨੇ ਫਿਰ ਜਦੋਂ ਇਸਨੇ ਹਾਂ ਹਾਂ ਕੀਤੀ, ਗੁਲੀਵਰ ਨੇ ਉਹਦੀ ਹਾਂ ਚ ਹਾਂ ਮਿਲਾਈ, ਹਾਲਾਂਕਿ ਇਹਨੂੰ ਸਮਝ ਤਾਂ ਕੁਛ ਨਹੀਂ ਆਇਆ ਕਿ ਬੋਲ ਕੀ ਰਿਹਾ, ਲੇਕਿਨ ਜਦੋਂ ਇਸਨੇ ਸਿਰ ਜਾ ਹਿਲਾਇਆ ਤਾਂ ਆਫਿਸਰ ਸਮਝ ਗਿਆ ਵੀ ਮੇਰੀ ਗੱਲ ਇਹ ਮੰਨ ਰਿਹਾ। ਫਿਰ ਉਸਨੇ ਕੀ ਕੀਤਾ? ਉਸਨੇ ਕਿਹਾ ਕਿ ਇਸ ਨੂੰ ਰਿਲੀਜ਼ ਕਰ ਦਿਓ। ਤਾਂ ਫਿਰ ਉਸਦੇ ਕੁਝ ਜਿਹੜੀਆਂ ਰੱਸੀਆਂ ਸੀ ਉਹ ਤੋੜ ਦਿੱਤੀਆਂ ਗਈਆਂ। ਇੱਥੇ ਇਹੀ ਗੱਲ ਕਹੀ ਗਈ ਹੈ। ਤਾਂ ਫਿਰ ਕੀ ਕੀਤਾ ਉਹਨਾਂ ਨੇ? ਦੇ ਕੱਟ ਡਾਊਨ ਦ ਰੋਪਸ। ਕੱਟ ਡਾਊਨ, ਕੱਟ ਡਾਊਨ ਦਾ ਮਤਲਬ ਉਹਨਾਂ ਨੇ ਤੋੜ ਦਿੱਤੀ, ਉਹਨਾਂ ਨੇ ਤੋੜ ਦਿੱਤੀਆਂ ਰੱਸੀਆਂ। ਰੋਪਸ ਇੱਥੇ ਸਟ੍ਰਿੰਗਸ ਨੂੰ ਹੀ ਕਿਹਾ ਗਿਆ, ਉਹਨਾਂ ਨੇ ਰੱਸੇ ਤੋੜਤੇ। ਤੇ ਫਿਰ ਕਿਉਂਕਿ ਉਸਨੇ ਕਿਹਾ ਸੀ ਕਿ ਮੈਂ ਹੰਗਰੀ ਹੈ, they also brought him baskets of food and wine, ਤਾਂ ਉਹ ਉਸਦੇ ਲਈ ਲੈ ਕੇ ਆਏ। bring, brought, brought verb ਦੀ ਫਾਰਮ ਹੈ ਜੀ,
ऑल्सो वी, वावे नूं विहारी वी, उस लई लैके भी आए। की लैके आए? बास्केट्स, बाल्टियां पढ़ियां आपां। बास्केट्स बाल्टियां किहदियां? फूड दियां एंड वाइन दियां। फूड दे विच तुहानूं पता है मीट लैके आए सीगे, कल आपां पढ़िया। ਤਾਂ ਮੀਟ ਦੀਆਂ ਬਾਲਟੀਆਂ ਤੇ ਵਾਈਨ, ਵਾਈਨ ਤੁਹਾਨੂੰ ਮੈਂ ਦੱਸੀ ਸੀ ਸ਼ਰਾਬ ਹੈ, ਇਹ ਅੰਗੂਰਾਂ ਦੀ ਸ਼ਰਾਬ ਨੂੰ ਕਿਹਾ ਜਾਂਦਾ। They reached to the mouth of Gulliver with the help of ladders। ਤਾਂ ਫਿਰ ਉਹ ਲਾ ਕੇ, ਪੌੜੀਆਂ ਲਾ ਕੇ, ਲੈਡਰਸ ਕਿਹਨੂੰ ਕਿਹਾ ਜਾਂਦਾ? ਪੌੜੀਆਂ ਨੂੰ ਕਿਹਾ ਜਾਂਦਾ। ਤਾਂ ਪੌੜੀਆਂ ਦੀ ਮਦਦ ਨਾਲ, ਵਿਦ ਦਾ ਹੈਲਪ ਆਫ ਲੈਡਰਸ, ਪੌੜੀਆਂ ਦੀ ਮਦਦ ਨਾਲ ਉਹ ਗੁਲੀਵਰ ਦੇ ਮਾਊਥ ਤੱਕ ਪਹੁੰਚ ਗਏ। ਰੀਚ, ਪਹੁੰਚ ਗਏ, ਕਿਉਂਕਿ ਉਹਨਾਂ ਲਈ ਤਾਂ ਗੁਲੀਵਰ ਬੜਾ ਵੱਡਾ ਸਾਰਾ ਦਿਓ ਹੈ ਨਾ। ਤਾਂ ਉਹ ਪੌੜੀਆਂ ਲਾ ਕੇ ਪਹਿਲਾਂ ਉਹਦੇ ਪੇਟ ਤੇ ਚੜੇ, ਲੱਤਾਂ ਤੇ ਚੜੇ, ਫਿਰ ਉੱਥੋਂ ਹੁੰਦੇ ਉਹਦੇ ਮਾਊਥ ਤੱਕ ਉਹ ਬਾਸਕਟਸ, ਬਾਲਟੀਆਂ ਲੈ ਕੇ ਗਏ, ਉਹਦੇ ਮੂੰਹ 'ਚ ਪਾਈ ਗਏ, ਉਹ ਖਾਈ ਗਿਆ। ਚਲੋ, ਇਸ ਤਰੀਕੇ ਦੇ ਨਾਲ ਸਾਰਾ ਕੰਮ ਹੋਇਆ। ਤਾਂ ਗੁਲੀਵਰ ਵਾਜ਼ ਅ ਵੈਰੀ ਬਰੇਵ, ਨਾਈਸ ਐਂਡ ਕਾਈਂਡ ਹਾਰਟਡ ਪਰਸਨ। ਤਾਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਗੁਲੀਵਰ ਜਿਹੜਾ ਇੱਕ ਬਰੇਵ ਹੈ ਇਨਸਾਨ, ਬਹਾਦਰ ਹੈ। ਦੇਖੋ ਕਿੰਨੀ ਦੇਰ ਤੱਕ ਉਸ ਨੂੰ ਰੱਸੀਆਂ ਨਾਲ ਬੰਨੀ ਰੱਖਿਆ, ਲੇਕਿਨ ਉਸਨੇ ਫਿਰ ਵੀ ਬਰੇਵਰੀ ਦਿਖਾਈ, ਮਤਲਬ ਉਹ ਡੋਲਿਆ ਨਹੀਂ। ਤੇ ਨਾਈਸ ਵੀ ਸੀ, ਚੰਗਾ ਵੀ ਸੀ, ਕਾਈਂਡ ਵੀ ਸੀ, ਕਾਈਂਡ ਹਾਰਟਡ। ਕਾਈਂਡ ਹਾਰਟਡ ਦਾ ਮਤਲਬ ਹੁੰਦਾ ਹੈ ਦਿਆਲੂ, ਦਿਆਲੂ ਇਨਸਾਨ ਵੀ ਸੀ। ਦੇਖੋ ਉਹ ਚਾਹੁੰਦਾ ਤਾਂ ਉਹ ਸਾਰਿਆਂ ਨੂੰ, ਉਹਦੇ ਲਈ ਤਾਂ ਉਹ ਸਾਰੇ ਕੀੜੇ ਮਕੌੜੇ ਹੀ ਸੀ, ਉਹ ਮਾਰ ਸਕਦਾ ਸੀ, ਲੇਕਿਨ ਉਹਨੇ ਦੇਖਿਆ ਕਿ ਇਹ ਵੀ ਇਨਸਾਨ ਨੇ, ਆਪਾਂ ਨੇ ਇਹੋ ਜਿਹਾ ਕੰਮ ਨਹੀਂ ਕਰਨਾ। ਤਾਂ ਉਹਨਾਂ ਦੇ ਨਾਲ ਜਿਵੇਂ ਜਿਵੇਂ ਉਹ ਕਹੀ ਗਏ ਉਹ ਕਰੀ ਗਿਆ। ਇੱਥੋਂ ਪਤਾ ਲੱਗਦਾ ਹੈ ਗੁਲੀਵਰ ਬਰੇਵ ਸੀਗਾ, ਨਾਈਸ ਸੀ ਤੇ ਕਾਈਂਡ ਹਾਰਟਡ ਪਰਸਨ ਸੀ। ਤਾਂ ਬੇਟਾ ਇਸ ਤਰੀਕੇ ਦੇ ਨਾਲ ਸਾਡਾ ਕਰੈਕਟਰ ਸਕੈਚ ਖਤਮ ਹੁੰਦਾ ਹੈ। ਅੱਛਾ, ਇਹਦੇ ਵਿੱਚ ਨਾ ਜਿਹੜੀ ਸਾਡੇ ਨਾ ਜਿਹੜੇ ਕੁਐਸਚਨਸ ਨੇ, ਉਹਨਾਂ ਦੇ ਆਨਸਰਸ ਵੀ ਮੈਂ ਸਾਰੇ ਇਨਕਲੂਡ ਕਰਤੇ। ਸ਼ਾਰਟ ਆਨਸਰ ਟਾਈਪ ਕੁਐਸਚਨਸ, ਸ਼ਾਰਟ ਆਨਸਰ ਟਾਈਪ ਕੁਐਸਚਨ ਦੇ ਜਿੰਨੇ ਵੀ ਆਨਸਰਸ ਨੇ ਜਿਹੜੇ ਤੁਹਾਡੀ ਬੁੱਕ ਦੇ ਵਿੱਚ ਸੀਗੇ, ਉਹ ਮੈਂ ਸਾਰੇ ਇਨਕਲੂਡ ਕਰਤੇ। ਤਾਂ ਇੱਕ ਵਾਰੀ ਮੈਂ ਤੁਹਾਨੂੰ ਸਾਰਿਆਂ ਨੂੰ ਅਨਮਿਊਟ ਕਰਦਾ ਜੀ, ਆਪਾਂ ਦੇਖਦੇ ਹਾਂ ਕਿ ਕੀ ਤੁਹਾਨੂੰ ਸਮਝ ਆਇਆ। ਹਾਂਜੀ ਦੱਸੋ, ਕੁਐਸਚਨ ਸਮਝ ਆ ਗਿਆ ਜੀ ਸਾਰਿਆਂ? ਹਾਂਜੀ ਸਰ। ਬਾਕੀ ਵੀ ਦੱਸੋ ਜੀ। ਹਾਂਜੀ ਸਰ। ਹਾਂਜੀ ਸਰ ਜੀ, ਸਮਝ ਆ ਗਿਆ ਜੀ। ਅਰਮਾਨ, ਸੁਖਦੀਪ, ਜਸਵਿੰਦਰ, ਸਿਮਰਜੀਤ, ਦਮਨਦੀਪ। ਹਾਂਜੀ ਸਰ, ਸਮਝ ਆ ਗਿਆ। ਦਮਨ ਤੁਸੀਂ ਆਪਣਾ ਹਾਂਜੀ ਸਪੀਕਰ sir, ਔਨ ਕਰੋ ਬੇਟਾ। ਸਮਝ ਆ ਗਿਆ ਦਮਨ, ਜੀ। ਦਮਨ ਸਪੀਕਰ ਔਨ ਕਰੋ ਆਪਣਾ। ਹਾਂਜੀ ਦਮਨ, ਠੀਕ ਹੋ ਤੁਸੀਂ? Sir, yes. ਅੱਛਾ, ਸਮਝ ਆ ਰਿਹਾ ਮੇਰਾ ਪੜਾਇਆ? Sir, yes, ਆ ਰਿਹਾ ਹੈ ਸਮਝ। ਚਲੋ ਜਿੰਨਾ ਬੇਟਾ ਹੁੰਦਾ ਨਾ ਤੁਹਾਡੇ ਤੋਂ ਕੰਮ ਕਰੀ ਜਾਓ। ਮੈਨੂੰ ਪਤਾ ਲੱਗਿਆ ਸੀ ਥੋੜੇ ਬਿਮਾਰ ਹੋ, ਤਾਂ ਕੋਈ ਗੱਲ ਨਹੀਂ, ਆਪ ਹੋ ਜਾਓਗੇ ਠੀਕ, ਕੋਈ ਐਸੀ ਗੱਲ ਨਹੀਂ। ਠੀਕ ਹੈ, ਜਿੰਨਾ ਕੰਮ ਹੁੰਦਾ ਕਰ ਲਿਓ। ਜੇ ਕੋਈ ਪ੍ਰੋਬਲਮ ਹੈ ਮੈਨੂੰ ਪੁੱਛ ਲਿਆ ਕਰਿਓ, ਠੀਕ ਹੈ? Okay, sir. ਅੱਛਾ, 1 ਮਿੰਟ ਮੈਂ ਨਾ ਸਾਰਿਆਂ ਨੂੰ ਫੇਰ ਮਿਊਟ ਕਰਦਾ। ਤੇ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਮੈਂ ਇਸ ਦੇ ਵਿੱਚ ਨਾ ਸਾਰੇ ਜਿਹੜੇ ਆਪਣੇ ਆਨਸਰਸ ਹੈ ਛੋਟੇ ਵਾਲੇ, ਉਹ ਕਵਰ ਕਰਤੇ। ਮੈਂ ਖੋਲਦਾ ਆਪਣੇ ਪਹਿਲਾਂ ਇਸ ਦੀ, ਆਪਾਂ ਨਿਊ ਸ਼ੇਅਰ ਕਰਦੇ ਹਾਂ। ਮਿੰਟ ਹੋਲਡ ਕਰੋ, ਮੈਂ ਨਾ ਖੋਲ ਕੇ ਨਹੀਂ ਸੀ ਰੱਖੀ। ਜੇ ਕੋਈ ਪ੍ਰੋਬਲਮ ਹੁੰਦੀ ਹੈ ਬੇਟਾ ਦੱਸ ਦਿਆ ਕਰੋ ਮੈਨੂੰ। WhatsApp ਦੇ ਨਾਲ ਮੇਰਾ WhatsApp ਤੇ ਮੈਂ ਹਮੇਸ਼ਾ ਅਵੇਲੇਬਲ ਹੁੰਦਾ, ਮੈਨੂੰ ਤੁਸੀਂ ਲਿਖ ਕੇ ਭੇਜ ਦਿਆ ਕਰੋ। ਹਾਂਜੀ, ਆ ਦਿਖ ਰਹੀ ਹੈ ਮੇਰੀ ਜਿਹੜੀ ਮੈਂ ਨਵੀਂ ਸ਼ੇਅਰ ਕੀਤੀ ਹੈ? ਹੁਣ ਦਿਖ ਰਹੀ ਹੋਣੀ। ਹਾਂਜੀ, ਆ ਦਿਖ ਰਿਹਾ ਜੀ, ਗੁਲੀਵਰ ਇਨ ਲਿਲੀਪੁਟ ਵਾਲਾ ਚੈਪਟਰ। ਦੱਸੋ ਮੈਨੂੰ ਕੋਈ ਜਾਣਾ। ਹਾਂਜੀ ਸਰ। ਠੀਕ ਹੈ, ਦੇਖੋ ਬੇਟਾ ਇਹਦੇ ਚ ਨਾ ਨੀਚੇ ਜਾ ਕੇ ਛੋਟੇ ਕੁਐਸਚਨਸ ਵੀ ਹੈ। ਮੈਂ ਉਸ ਟਾਈਮ ਤੁਹਾਨੂੰ ਕਿਹਾ ਸੀਗਾ ਕਿ ਤੁਸੀਂ ਇਹ ਵਾਲੇ ਕੁਐਸਚਨ ਆਨਸਰਸ ਨਾ ਇਹ ਤੁਸੀਂ ਰਫ ਕਾਪੀ ਤੇ ਕਰ ਲਿਓ, ਕਿਉਂਕਿ ਮੈਨੂੰ ਪਤਾ ਸੀਗਾ ਕਿ ਮੈਂ ਇਹਨੂੰ ਛੋਟੇ ਵੱਡੇ ਦੇ ਵਿੱਚ ਹੀ ਕਵਰ ਕਰਵਾ ਦੇਣੇ। ਤਾਂ ਤੁਸੀਂ ਕੋਈ ਵੀ ਕੁਐਸਚਨ ਦੇਖੋਗੇ ਤਾਂ ਉਹਦਾ ਆਨਸਰਸ ਮੈਂ ਆਲਰੇਡੀ ਡਿਸਕਸ ਕਰਤਾ ਇਹਦੇ ਚ ਵੱਡੇ ਦੇ ਵਿੱਚ। ਆਪਾਂ ਇੱਕ ਵਾਰੀ ਦੇਖ ਵੀ ਲੈਂਦੇ ਹਾਂ।
ये सारे एंड च जाके ना तुहाडी बुक दे विच ये सारे क्वेश्चंस हैगे हैं। आ वाला देखो चैप्टर जी साडा। तो देखो इहदा जिहड़ा पहला क्वेश्चन है जिवें कि why was Gulliver not able to move? ਤਾਂ ਇਹਦਾ आंसर देखो मैं इस दे विच ऑलरेडी करता। देखो कि इत्थे करवाया ना तुहानू कि he was not able to move। इत्थे करवाया तुहानू मैं his arms legs देखो his arms legs and hair had been fastened to the ground so he could not move। ਤਾਂ ਇਹ ਦੋ ਜਿਹੜੇ ਆ ਲਾਈਨਸ ਇਹਦਾ ਆਨਸਰ ਹੈ। ਤਾਂ ਇਸ ਤਰੀਕੇ ਦੇ ਨਾਲ ਨਾ ਸਾਰੇ ਕੁਐਸਚਨਸ ਇਹਦੇ ਵਿੱਚ ਹੈਗੇ ਆ ਤੁਹਾਡੇ। ਜੇ ਤੁਸੀਂ ਚਾਹੋ ਤਾਂ ਤੁਸੀਂ ਦੇਖ ਸਕਦੇ ਹੋ। ਜਿਵੇਂ ਮੈਂ ਤੁਹਾਨੂੰ 10ਵਾਂ ਕੁਐਸਚਨ ਦੱਸਾਂ ਕਿ 10ਵੇਂ ਕੁਐਸਚਨ ਦੇ ਵਿੱਚ ਦੇਖੋ ਕੀ ਹੈ ਕਿ ਹਾਊ ਡਿਡ ਦੇ quench his thirst and feed him। quench ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਕਿ ਉਸਨੇ ਉਸਦੀ ਪਿਆਸ ਕਿਵੇਂ ਬੁਝਾਈ ਅਤੇ ਖਾਣਾ ਕਿਵੇਂ ਦਿੱਤਾ। ਤਾਂ ਇਹਦਾ ਆਨਸਰ ਦੇਖੋ ਐਂਡ ਚ ਪਿਆ ਹੈ। ਕਿਵੇਂ ਪਿਆ ਹੈ ਆ ਦੇਖੋ ਕਿ they also ਇੱਥੋਂ ਲੈ ਲਓ they also brought him baskets of food and wine they reached to the mouth of Gulliver with the help of ladders। ਤਾਂ ਇਹ ਦੋ ਲਾਈਨ ਹੈ ਇਹਦੇ ਆਨਸਰ ਨੇ। ਤਾਂ ਸਾਰੇ ਜਿੰਨੇ ਵੀ ਤੁਹਾਡੇ ਸ਼ਾਰਟ ਆਨਸਰ ਟਾਈਪ ਕੁਐਸਚਨਸ ਨੇ ਉਹਨਾਂ ਦੇ ਆਨਸਰਸ ਇਸ ਐਸੇ ਟਾਈਪ ਕੁਐਸਚਨ ਦੇ ਵਿੱਚ ਵੀ ਇਨਕਲੂਡਡ ਨੇ ਤੇ ਕਰੈਕਟਰ ਸਕੈਚ ਵੀ ਆਪਾਂ ਨੇ ਕਵਰ ਕਰਤਾ। ਤੇ ਤੁਸੀਂ ਇਸ ਤਰੀਕੇ ਦੇ ਨਾਲ ਸ਼ਾਰਟ ਆਨਸਰ ਟਾਈਪ ਕੁਐਸਚਨਸ ਵੀ ਸਾਰੇ ਆਪਣੀ ਉਹਦੇ ਤੇ ਫੇਅਰ ਕਾਪੀ ਤੇ ਹੁਣ ਉਤਾਰ ਲਿਓ, ਪੱਕੀ ਕਾਪੀ ਤੇ ਉਤਾਰ ਲਿਓ। ਇਹ ਹੁਣ ਕਰ ਲਿਓ ਸਾਰੇ ਕੁਐਸਚਨ ਜਿਹੜੇ ਨਾ ਇੱਥੋਂ ਲੈ ਕੇ ਜਿਹੜੇ ਤੁਹਾਡੇ 10 ਕੁਐਸਚਨਸ ਨੇ ਇਹਨਾਂ ਦੇ ਆਨਸਰਸ ਤੁਸੀਂ ਲਿਖ ਲਿਓ ਜੀ। ਤੇ ਫਿਰ ਉਸ ਤੋਂ ਬਾਅਦ ਤੁਸੀਂ ਐਸੇ ਟਾਈਪ ਕੁਐਸਚਨ ਲਿਖਣਾ ਹੈ। ਇਸ ਤਰੀਕੇ ਦੇ ਨਾਲ ਜੀ ਤੁਸੀਂ ਆਪਣਾ ਸਾਰਾ ਚੈਪਟਰ ਕੰਪਲੀਟ ਕਰ ਲਓ। ਮੇਰੇ ਵੱਲੋਂ ਹੁਣ ਚੈਪਟਰ ਇਹ ਕੰਪਲੀਟ ਹੈ। ਕੱਲ ਤੋਂ ਆਪਾਂ ਕੋਈ ਨਵਾਂ ਚੈਪਟਰ ਜਿਹੜਾ ਤੁਹਾਡਾ ਬਾਈ ਮੰਥਲੀ ਸਿਲੇਬਸ ਦੇ ਵਿੱਚ ਸ਼ਾਮਲ ਹੈ ਉਹ ਸ਼ੁਰੂ ਕਰਾਂਗੇ। ਤੇ ਦੇਖੋ ਜੇ ਕੋਈ ਦਿੱਕਤ ਹੈ ਤਾਂ ਮੈਨੂੰ ਦੱਸੋ ਜੀ। ਮੇਰੇ ਵੱਲੋਂ ਤਾਂ ਦੇਖੋ ਸਾਰਾ ਚੈਪਟਰ ਕੰਪਲੀਟ ਹੈ। ਕਰ ਲਓਗੇ ਜੀ ਸਾਰੇ ਆਪਣੇ ਇਹ ਵਾਲੇ ਕੁਐਸਚਨ ਆਨਸਰਸ ਦੱਸੋ ਜੀ ਸਾਰੇ ਹੋ ਜਾਣਗੇ। ਹਾਂਜੀ ਸਰ। अरमान हो जाएंगे भी क्वेश्चन। अरमान शर्मा हाँ जी सर ठीक है जी ओके बेटा। ਆਪਾਂ ਫਿਰ ਹੁਣ 10 ਵਜੇ ਮਿਲਦੇ ਹਾਂ ਆਪਣੀ +1 ਦੀ ਕਲਾਸ 'ਚ। ਤਾਂ ਕੋਈ ਪ੍ਰੋਬਲਮ ਹੈ ਤਾਂ ਦੱਸ ਦੇ। ਓਕੇ।